ਤੇ ਜਦੋਂ ਸੰਗਤਾਂ ਆਉਣ ਲੱਗ ਗਈਆਂ ਤੇ ਬਾਬਾ ਜੀ ਨੇ ਪੂਰਨਮਾਸ਼ੀ ਲਾਉਣੀ। ਨਾਨਕਸਰ ਦੀ ਮਰਜ਼ਾਦਾ ਦੇ ਵਿੱਚ ਜਿਹੜੀ ਪੂਰਨਮਾਸ਼ੀ ਹੈ, ਇਹ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਨੇ ਇਹਦੀ ਸ਼ੁਰੂਆਤ ਕੀਤੀ ਹੈ। ਗੁਰੂ ਨਾਨਕ ਪੂਰਨਮਾਸ਼ੀ ਵਾਲੇ ਦਿਨ ਉਹਨਾਂ ਦਾ ਅਵਤਾਰ ਹੋਇਆ ਸੀ, ਇਸ ਵਾਸਤੇ ਪੁੰਨਿਆ ਮਨਾਈ ਜਾਂਦੀ ਹੈ। ਪਹਿਲਾਂ ਝੂਰੜੀ ਸ਼ੁਰੂ ਕੀਤੀ ਤੇ ਫਿਰ ਇੱਥੇ ਕੀਤੀ। ਤੇ ਆਪਾਂ ਇਤਿਹਾਸ ਸੁਣਦੇ ਹਾਂ ਕਿ ਬਾਬਾ ਜੀ ਛੱਪਰਾਂ ਵਿੱਚ ਰਹਿੰਦੇ ਸੀ ਤੇ ਸੰਗਤਾਂ ਆਉਣ ਲੱਗ ਗਈਆਂ। ਤੇ ਜਦੋਂ ਸੰਗਤਾਂ ਆਉਣ ਲੱਗ ਗਈਆਂ ਤੇ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਬਾ ਜੀ ਵੀ ਆਪ ਤਾਂ ਛੱਪਰਾਂ 'ਚ ਰਹਿੰਦੇ ਹੋ, ਆਪ ਦੀ ਮੌਜ ਹੈ, ਕਈ ਵਾਰ ਚਲੇ ਵੀ ਜਾਂਦੇ ਹੋ, ਤੇ ਇੱਥੇ ਕੋਈ ਥੋੜਾ ਜਿਹਾ ਸਥਾਨ ਬਣਾਇਆ ਜਾਵੇ। ਬਾਬਾ ਜੀ ਕਹਿੰਦੇ ਅਸੀਂ ਤਾਂ ਬਣਾਉਣਾ ਨਹੀਂ, ਪੱਕੀ ਇੱਟ ਨਹੀਂ ਲਾਉਣੀ। ਕਹਿੰਦੇ ਬਾਹਰ ਜੇ ਪੱਕੀ ਨਹੀਂ ਲਾਉਣੀ ਨਾ ਤੇ ਕੱਚਾ ਬਣਾ ਦਿਓ। ਕੱਚਾ ਸੱਚਖੰਡ ਤਿਆਰ ਹੋਇਆ, ਜਿੱਥੇ ਬਰਸੀਆਂ ਤੇ ਪੂਰਨਮਾਸ਼ੀ ਨੂੰ ਦੀਵਾਨ ਲੱਗਦਾ। 12 ਦਰੀ ਤਿਆਰ ਹੋਈ ਕੱਚੀ, ਭਜਨਗੜ੍ਹ ਹੋਇਆ ਤਿਆਰ ਕੱਚਾ, ਆ ਜਿੱਥੇ ਆਪਾਂ ਬੈਠੇ ਇਹ ਵੀ ਕੱਚਾ। ਤੇ ਜਦੋਂ ਇਹ ਸਾਰਾ ਬਣ ਗਿਆ, ਸੰਗਤਾਂ ਆਉਣ ਲੱਗ ਗਈਆਂ, ਪੂਰਨਮਾਸ਼ੀ ਤੇ ਸੰਗਤ ਵੱਧ ਗਈ ਤੇ ਸੰਗਤਾਂ ਨੇ ਬੇਨਤੀ ਕੀਤੀ, ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ, ਬਾਬਾ ਜੀ ਵੀ ਇਹ ਨਗਰ ਦਾ ਕੋਈ ਨਾਂ ਰੱਖੋ। ਤੇ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਇਹ ਜੋ ਕੁਛ ਕੀਤਾ ਅਸੀਂ ਨਹੀਂ ਕੀਤਾ, ਮੈਂ ਤਾਂ ਕਿਲੇ ਘੜਨ ਵਾਲਾ ਹਾਂ। ਇਹ ਜੋ ਕੁਛ ਕੀਤਾ ਮੇਰੇ ਪਿਆਰੇ ਗੁਰੂ ਨਾਨਕ ਨੇ ਕੀਤਾ ਹੈ। ਇਸ ਵਾਸਤੇ ਇਸ ਨਗਰ ਦਾ ਨਾਂ ਅਸੀਂ ਰੱਖਦੇ ਹਾਂ ਨਾਨਕਸਰ। ਕੀ ਮਿਲਦੀਆਂ ਸਾਖੀਆਂ ਕਿ ਨਹੀਂ? ਧੰਨ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਜੀ ਉਹ ਸਾਧੂ ਸੀ ਜੋ ਜਿੱਤੇ ਰੰਧਾਵੇ ਦੇ ਖੂਹ ਤੇ ਬਚਨ ਹੋਇਆ ਸੀ, ਜਿੱਤਿਆ 10 ਜਾਮੇ ਪ੍ਰਗਟ ਤੇ 74 ਜਾਮੇ ਸੰਤਾਂ ਦੇ ਰੂਪ ਵਿੱਚ ਆਵਾਂਗੇ। ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ, ਇੱਕ ਰੂਪ ਸੀ। ਤੇ ਇਹਦਾ ਨਾਂ ਰੱਖਿਆ ਨਾਨਕਸਰ। ਤੇ ਆਪਾਂ ਇਤਿਹਾਸ ਪੜ੍ਹਦੇ ਹਾਂ। ਹੁਣ ਸਾਡੇ ਨਵੇਂ ਪ੍ਰਚਾਰਕ ਸ਼ੁਰੂ ਹੋਏ ਨੇ, ਉਹ ਕਹਿੰਦੇ ਬਾਬਾ ਨੰਦ ਸਿੰਘ ਨੇ ਤਾਂ ਪੁੰਨਿਆ ਮਨਾਉਂਦੇ ਹੀ ਨਹੀਂ ਸੀ, ਬਾਬਾ ਨੰਦ ਸਿੰਘ ਤਾਂ ਬਚਨ ਹੀ ਨਹੀਂ ਸੀ ਕਰਦੇ, ਉਹਨੂੰ ਸੰਗਤ ਕਿਹੜੀ ਆਉਂਦੀ ਸੀ। ਤੇ ਬਾਬਾ ਜੀ ਪੂਰਨਮਾਸ਼ੀ ਵਾਲੇ ਦਿਨ ਦੀਵਾਨ ਲੱਗਿਆ, ਰਾਗੀ ਕੀਰਤਨ ਕਰਦੇ ਆ। ਤੇ ਸੌਣ ਭਾਦਰੋਂ ਦੇ ਦਿਨ ਸੀ ਤੇ ਡੱਡਾਂ ਵੀ ਹਾਜ਼ਰੀ ਭਰਨ ਲੱਗ ਗਈਆਂ, ਉਹ ਵੀ ਗੜਾਂ ਕਰਨ ਲੱਗ ਗਈਆਂ। ਤੇ ਬਾਬਾ ਜੀ ਬਿਰਾਜਮਾਨ ਸੀ। ਤੇ ਜਦੋਂ 12 ਵਜੇ ਬਾਬਿਆਂ ਦਾ ਟਾਈਮ ਸੀ ਤੇ ਰਾਗੀਆਂ ਨੂੰ ਚੁੱਪ ਕਰਾ ਕੇ ਤੇ ਬਾਬਾ ਜੀ ਕਹਿੰਦੇ ਹੁਣ ਡੱਡਾਂ ਨੇ ਵੀ ਹਾਜ਼ਰੀਆਂ ਭਰ ਲੀਆਂ, ਹੁਣ ਰਾਗੀ ਵੀ ਚੁੱਪ ਹੋ ਜਾਓ, ਡੱਡਾਂ ਵੀ ਚੁੱਪ ਹੋ ਜਾਣ, ਹੁਣ ਸਾਡਾ ਸਮਾਂ ਹੈ। ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਬਚਨ ਸੁਣਾਏ। ਉਹਨਾਂ ਦੀ ਮੌਜ ਹੈ, ਉਹਨਾਂ 10 ਮਿੰਟ ਲਾਏ, 20 ਮਿੰਟ ਲਾਏ, ਅੱਧਾ ਘੰਟਾ ਲਾਇਆ। ਕਿ ਹੁਣ ਸਾਡੇ ਨਵੇਂ ਪ੍ਰਚਾਰਕ ਕਹਿੰਦੇ ਪੁੰਨਿਆ ਤਾਂ ਲੱਗਦੀ ਹੀ ਨਹੀਂ ਸੀ, ਬਾਬਾ ਜੀ ਤਾਂ ਬਚਨ ਨਹੀਂ ਸੀ ਕਰਦੇ। ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਕਰਤਾਰਪੁਰ ਵਿਖੇ ਗਏ, ਸੇਵਾ ਕੀਤੀ, ਸੇਵਾ ਕਰਕੇ ਮੂਹਰੇ ਹੋ ਗਏ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਲੈਣਿਆ ਹੁਣ ਤੂੰ ਲੈਣਾ ਨਹੀਂ ਰਿਹਾ, ਹੁਣ ਤੂੰ ਅੰਗਤ ਬਣ ਗਿਆ, ਪਰ ਇੱਕ ਤੈਨੂੰ ਅਸੀਂ ਬਰਕਤ ਦੇ ਦਿੱਤੀ, ਪਰ ਜਾ ਜਿਹੜਾ ਤੇਰਾ ਨਗਰ ਖਡੂਰ ਹੈ ਉੱਥੇ ਚਲੇ ਜਾ। ਬਰਕਤਾਂ ਲੈ ਆਏ ਤੇ ਖਡੂਰ ਸਾਹਿਬ ਆ ਗਏ। ਤੇ ਇਧਰ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਜੀ ਬਾਬਾ ਈਸਰ ਸਿੰਘ ਮਹਾਰਾਜ ਨੂੰ ਕਹਿਣ ਲੱਗੇ, ਇੰਦਰ ਤੂੰ ਇੰਦਰ ਨਹੀਂ ਰਿਹਾ, ਈਸ਼ਵਰ ਬਣ ਗਿਆ। ਪਰ ਇੱਕ ਬਚਨ, ਕੋਈ ਸਮਾਂ ਬਣੇਗਾ ਤੇ ਆਪਣੇ ਨਗਰ ਝੋਲਣੀ ਚਲੀ ਜਾਓ। ਮਿਲਦਾ ਇਤਿਹਾਸ ਕਿ ਨਹੀਂ? ਫਿਰ ਬਾਬਾ ਜੀ ਗਏ, 7 ਸਾਲ ਝੋਲਣੀ ਰਹੇ। ਇਹ ਸੰਗਤਾਂ ਦੀ ਬੇਨਤੀ ਕਰਨ ਤੇ ਇੱਥੇ ਆਣ ਕੇ ਇਸ ਨਾਨਕਸਰ ਦੀ ਸੰਭਾਲ ਕੀਤੀ ਤੇ ਸਾਰਾ ਪੱਕਾ ਤਿਆਰ ਕੀਤਾ। ਤੇ ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸੇਵਾ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੀ,
उधर भी तीसरी जोत ते इधर भी तीसरी जोत। कौन? संत बाबा नरैण सिंह महाराज। उधर भी गागर की सेवा ते इधर भी गागर की सेवा। उधर गोंदवाल तो खडूर साहब 12 किलोमीटर है, इत्थे नानकसर तो झोरना 24 किलोमीटर है। उत्थे 12 साल की है, इत्थे 7.5 साल की है, तो किलोमीटर गिन लो उन्ना फिर बनता हिसाब ला। संत बाबा नरैण सिंह जी ने 7.5 साल गागर की सेवा की। कि बाबा ईसर सिंह महाराज नूं की होना सी? कुछ भी नहीं। पर जिस सेवक नूं मूहरे कढ़ना होवे उहदे ते कठिन तो कठिन कमाई, कठिन तो कठिन पेपर पाया जाता। ते बाबा जी ने सेवा की। अज कई नवे प्रचार वो कहते ने सेवा तो हुई नहीं। 63 में संत बाबा ईसर सिंह महाराज जी भाणा वरता गए। 63 तो ला के 98 तक संत बाबा नरैण सिंह महाराज जी पूर्णमाशियां ते बरसियां ते संगतां विच विचारां करते रहे कि भी साडे कोलों साडे मालक बाबा ईसर सिंह महाराज ने सिर ते हथ रख के, सिर ते अंकस रख के गागर की सेवा लई। ते साडे ढाडी गाउंदे हुंदे ने भी कर सेवा संतां दी ढोवे गागर पर उपकारी। आओ आपां धारना पढ़ के फिर अगे इतिहास नूं चलावांगे। कर सेवा संतां दी ढोवे गागर पर उपकारी। कर सेवा संतां दी ढोवे गागर पर उपकारी। सेवा संतां दी ढोवे गागर पर उपकारी। कर सेवा संतां दी ढोवे गागर पर उपकारी। सेवा संतां दी ढोवे गागर पर उपकारी। कर सेवा संतां दी ढोवे गागर पर उपकारी। 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 गागर पर उपकारी ढोवे गागर पर उपकारी। कर सेवा संतां दी ढोवे गागर पर उपकारी। कर सेवा संतां दी ढोवे गागर पर उपकारी। कर सेवा संतां दी ढोवे गागर पर उपकारी। 7 साल अपने मुर्शद के हुक्म विच रह के संत बाबा नरैण सिंह जी ने कठिन कमाई की। अज के लोग कहते ने सेवा तो की नहीं, पता नहीं कोई 10 दिन की है कि नहीं की। 63 तो ला के 98 तक बाबा नरैण सिंह जी बचन करते रहे कि साडे मालक ने साडे ते सिर ते हथ रख के 7.5 साल सेवा कराई। कि जे ये गपौड़ हुंदा,
ਜੇ ਸਾਖੀ ਗਲਤ ਹੁੰਦੀ ਤੇ ਉਹਨਾਂ ਦੇ ਬਰਾਬਰ ਤੇ ਬਾਬਾ ਕੁੰਦਨ ਸਿੰਘ ਜੀ ਬੈਠੇ ਸੀ, ਉਹਨਾਂ ਦੇ ਬਰਾਬਰ ਤੇ ਬਾਬਾ ਸਾਧੂ ਸਿੰਘ ਜੀ ਬੈਠੇ ਸੀ। ਉਹ ਕਹਿੰਦੇ ਨਾ ਵੀ ਭਾਈ ਸਾਹਿਬ ਗਏ ਤਾਂ ਤੁਸੀਂ ਦੱਸ ਦੇਣ ਤੇ ਦੱਸ ਦਿਓ 7.5 ਸਾਲ। ਬਾਬਾ ਗੇਜਾ ਸਿੰਘ ਜੀ ਬੈਠੇ ਆ, ਉਹਨਾਂ ਦਾ ਇੰਦੇ ਆ ਨਗਰ ਵੇਖ ਲਓ, ਮਾਣੂ ਕੇ ਡੱਲਾ ਡੇੜਕਾ, ਜਿਨ੍ਹਾਂ ਨੇ ਬਾਬਾ ਜੀ ਨੂੰ ਵੇਖਿਆ ਤੇ ਅਜੇ ਵੀ ਸ਼ੀਰ ਉਹਨਾਂ ਦੇ ਨਾਲ ਤੇ ਬੈਠੇ ਨੇ। ਤੇ ਉਹ ਕਹਿੰਦੇ ਨਾ ਕਿ ਬਾਬਾ ਜੀ ਤੁਸੀਂ ਇਹ ਤਾਂ ਕਪੌੜ ਮਾਰਦੇ ਹੋ, ਤੇ ਸੇਵਾ ਤਾਂ ਤੁਸੀਂ 10 ਦਿਨ ਕੀਤੀ ਤੇ 7.5 ਸਾਲ ਤੱਕ ਕੀਤੀ ਨਹੀਂ, ਤੇ 98 ਤੋਂ ਲਾ ਕੇ ਹੁਣ 20 ਹੋ ਗਿਆ। ਤੇ ਮੌਜੂਦਾ ਮਹਾਂਪੁਰਖ ਬਾਬਾ ਕਾਲਾ ਸਿੰਘ ਮਹਾਰਾਜ ਬਰਸੀਆਂ ਤੇ ਪੂਰਨਮਾਸ਼ੀਆਂ ਤੇ ਸੰਗਤਾਂ ਵਿੱਚ ਦੀਵਾਨਾਂ ਤੇ ਕੈਨੇਡਾ ਅਮਰੀਕਾ 'ਚ ਦੱਸਦੇ ਜਾ ਕੇ ਵੀ ਬਾਬਾ ਨਰੈਣ ਸਿੰਘ ਜੀ ਨੇ ਬਾਬਾ ਈਸਰ ਸਿੰਘ ਮਹਾਰਾਜ ਜੀ 7.5 ਸਾਲ ਗਾਗਰ ਦੀ ਸੇਵਾ ਕੀਤੀ ਤੇ ਕੋਈ ਬੋਲਿਆ ਨਹੀਂ। ਹੁਣ 63 ਤੋਂ ਗਿਣ ਲਓ ਵੀ ਕਿੰਨਾ ਹੋ ਗਿਆ, ਮੇਰੇ ਹਿਸਾਬ 'ਚ 60-65 ਸਾਲ ਹੋ ਗਏ ਨੇ। ਤੇ ਅੱਜ ਸਾਨੂੰ ਕੀ ਲੋੜ ਪੈ ਗਈ ਤਰਕ ਕਰਨ ਦੀ? ਉਦੋਂ ਪਹਿਲਾਂ ਸਾਰੇ ਕੰਬਲੇ ਸੀ। ਸਤਿਗੁਰੂ ਬਾਣੀ ਅੰਦਰ ਕਹਿੰਦੇ ਨੇ ਕਿ ਇਹੋ ਜਿਹੀਆਂ ਗੱਲਾਂ ਸਟੇਜਾਂ ਤੇ ਆਣ ਕੇ ਕਰਨੀਆਂ, ਆਪਣੀ ਅਕਲ ਘੋਟਣੀ, ਆਪਣੀ ਸਿਆਣ ਘੋਟਣੀ, ਆਪਣੀ ਅਕਲ ਨੂੰ ਵਿਖਾਉਣਾ। ਤੇ ਸਤਿਗੁਰੂ ਕਹਿੰਦੇ ਨੇ ਫਰੀਦਾ ਜੇ ਤੂੰ ਅਕਲ ਥੀਪ ਹੈ, ਕਾਲੇ ਲਿਖਣਾ ਲੇਖ, ਆਪਣੇ ਹੀ ਗੁਰਵਾਨ ਮੈਂ ਸਿਰ ਨੀਵਾ ਕਰ ਵੇਖ। ਤੂੰ ਆਪਣੇ ਆਪ ਨੂੰ ਵੇਖ ਕੇ ਤੂੰ ਆਪਣੇ ਮੁਰਸ਼ਿਦ ਦੀ ਸੇਵਾ ਕਿਵੇਂ ਕੀਤੀ ਹੈ। ਬਾਬਾ ਨਰੈਣ ਸਿੰਘ ਜੀ ਕਹਿੰਦੇ ਸੀ ਜੇ ਇੱਕ ਦਿਨ ਆਪਣੇ ਮਾਲਕ ਦੇ ਮੂਹਰੇ ਬੋਲ ਪਿਆ ਨਾ, ਮਾਲਕ ਨੇ ਕਹਿਤਾ ਵੀ ਫਿਰੋਜ਼ਪੁਰ ਨਹੀਂ ਜਾਣਾ, ਉਹ ਕਹਿੰਦਾ ਮੈਂ ਤਾਂ ਚੱਲਿਆ, ਤੇ ਜ਼ੀਰੋ ਹੈ, ਜ਼ੀਰੋ। ਇਤਿਹਾਸ ਸਾਡੇ ਕੋਲ ਵੀ ਬਹੁਤ ਪਿਆ ਹੈ ਦੱਸਣ ਵਾਸਤੇ, ਪਰ ਐਸੀਆਂ ਵਿਚਾਰਾਂ ਸਟੇਜਾਂ ਤੇ ਕਰਨੀਆਂ, ਨੁਕਤਾਚੀਨੀ ਕਰਨੀ, ਇਹ ਸੋਧ ਹੀ ਨਹੀਂ ਹੈ। ਕੋਈ ਵਿਚਾਰ ਹੈ ਤੇ ਬੈਠ ਕੇ ਵਿਚਾਰ ਕਰੋ ਕਿ ਭਾਈ ਸਾਹਿਬ ਜੀ ਆਹ ਗੱਲ ਹੈ, ਮੈਨੂੰ ਇਸ ਗੱਲ ਤੇ ਸ਼ੰਕਾ ਹੈ, ਤੇ ਉਹ ਸ਼ੰਕਾ ਨਿਵਿੱਤ ਹੋ ਜਾਵੇ। ਹੁਣ ਅਸੀਂ ਸਾਖੀਆਂ ਸੁਣਾਉਂਦੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਦੀਆਂ, ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਲੱਤ ਮਾਰੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਪੁੱਤਰ ਨੇ, ਤੇ ਉਹਨਾਂ ਨੇ ਚਰਨ ਫੜ ਲਿਆ, ਘੁੱਟਿਆ ਕਿ ਸਾਡੇ ਹੱਡ ਬਿਰਧ ਹੈ, ਤੇਰੇ ਸੱਟ ਤਾਂ ਨਹੀਂ ਵੱਜੀ। ਗੁਰੂ ਅਮਰਦਾਸ ਪਾਤਸ਼ਾਹ ਉਹਦੇ ਚਰਨ ਨੂੰ ਮਰੋੜ ਕੇ ਉਹਦੀ ਲੱਤ ਵੀ ਸੁਕਾ ਸਕਦੇ ਸੀ, ਕਿਉਂਕਿ ਪਾਵਰ ਸੀ, ਉਸ ਨੂੰ ਭਸਮ ਵੀ ਕਰ ਸਕਦੇ ਸੀ। ਕਿਉਂ ਨਹੀਂ ਕੀਤਾ? ਕਿ ਇਹ ਤਾਂ ਮੂਰਖ ਹੈ, ਇਹਦੇ ਅੰਦਰ ਤਾਂ ਪੂਜਾ ਦੇ ਧਾਨ ਦੀ ਅੱਗ ਬਲਦੀ ਹੈ, ਪਰ ਇਹ ਤਾਂ ਮੂਰਖ ਹੈ। ਪਰ ਪੁੱਤਰ ਕਿਹਦਾ ਹੈ? ਪੁੱਤਰ ਮੇਰੇ ਵੱਡਿਆਂ ਦਾ ਹੈ, ਮੇਰੇ ਗੁਰੂ ਦਾ ਪੁੱਤਰ ਹੈ। ਇਸ ਵਾਸਤੇ ਵੱਡਿਆਂ ਦਾ ਸਤਿਕਾਰ ਕੀਤਾ ਕਿ ਅੱਜ ਸਾਡਾ ਨਹੀਂ ਫਰਜ਼ ਬਣਦਾ ਵੱਡਿਆਂ ਦਾ ਸਤਿਕਾਰ ਕਰਨਾ। ਅਸੀਂ ਨੁਕਤਾਚੀਨੀਆਂ ਕਰਦੇ ਹਾਂ, ਗਾਗਰ ਤਾਂ ਲਗਾਇਆ ਹੀ ਕੋਈ ਨਹੀਂ। ਤੇ ਸੰਤ ਬਾਬਾ ਨਰੈਣ ਸਿੰਘ ਜੀ ਕਹਿੰਦੇ ਸੀ ਇੱਥੇ ਪਈ ਹੈ ਗਾਗਰ, ਜਿਹੜਾ ਨੁਕਤਾਚੀਨੀ ਕਰਦਾ ਉਹ 7.5 ਸਾਲ ਤਾਂ ਬੜੀ ਦੂਰ ਗੱਲ ਹੈ। 7 ਦਿਨ ਲਗਾਤਾਰ ਝੋਰਣੀ ਲੈ ਜਾਓ, 7 ਦਿਨ ਹੁਣ ਵੀ ਪਈ ਗਾਗਰ, 7 ਦਿਨ ਝੋਰਣੀ ਲੈ ਜਾਓ, 7 ਦਿਨ ਝੋਰਣਾ ਤੋਂ ਇੱਥੇ ਵਾਪਸ ਲੈ ਆਓ। ਬਾਬਾ ਜੀ ਕਹਿੰਦੇ ਸੀ ਅਸੀਂ ਨਮਸਕਾਰ ਕਰਾਂਗੇ, ਉਹਦਾ ਸਤਿਕਾਰ ਕਰਾਂਗੇ ਵੀ ਠੀਕ ਬਾਤ ਹੈ। ਪਰ ਸੰਤ ਬਾਬਾ ਨਰੈਣ ਸਿੰਘ ਜੀ ਦਾ ਕਹਿੰਦੇ ਸੀ ਨਾ ਵੀ 7 ਸਾਲ ਝੋਰਣੀ ਲੈ ਜਾਓ ਤੁਰ ਕੇ, ਤੇ ਤੁਰ ਕੇ ਲੈ ਆਓ। ਤੇ ਮੈਂ ਇੱਕ ਸੇਵਾਦਾਰ ਦੇ ਨਾਂ ਤੇ ਹੁਣ ਤੇ ਬੇਨਤੀ ਕਰਨਾ ਵੀ ਜੇ ਕੋਈ ਨੁਕਤਾਚੀਨੀ ਕਰਦਾ ਤੇ ਉਹ ਸਾਈਕਲ ਤੇ ਲੈ ਜਾਵੇ, ਸਾਈਕਲ ਤੇ ਚੜ੍ਹ ਜਾਵੇ, ਗਾਗਰ ਸਿਰ ਤੇ ਰੱਖ ਲਵੇ, ਝੋਲਣੀ ਚਲਾ ਜਾਵੇ 7 ਦਿਨ ਲਗਾਤਾਰ, ਤੇ 7 ਸਾਲ ਇੱਥੋਂ ਲੈ ਆਵੇ। ਅਸੀਂ ਹਾਰ ਪਾ ਕੇ ਨਾਮ ਦੇਵਾਂਗੇ, ਸ਼ਾਬਾਸ਼ ਕਹਾਂਗੇ, ਵਾਹ ਤੇਰੇ ਤੇ ਰਹਿਮਤ ਹੈ। ਪਰ ਐਸੀਆਂ ਗੱਲਾਂ ਕਰਨੀਆਂ ਕੋਈ ਮੇਰੇ ਵਰਗਾ ਤੁੱਛ ਜਿਹਾ ਬੰਦਾ ਕਰ ਜਾਵੇ ਤੇ ਕਰ ਜਾਵੇ, ਏਡੀਆਂ ਵੱਡੀਆਂ ਸੰਸਥਾ ਦੇ ਮਾਲਕ ਹੋ ਕੇ ਤੇ ਐਸੀਆਂ ਵਿਚਾਰਾਂ ਦੇਣੀਆਂ, ਐਸੀਆਂ ਸਿਆਣਪਾਂ ਘੁੱਟਣੀਆਂ ਕਿ ਉਹਨੇ ਤਾਂ ਸੇਵਾ ਕੀਤੀ ਨਹੀਂ, ਉਹਨੂੰ ਤਾਂ ਆਏ ਨਹੀਂ ਕੀਤਾ, ਆਹ ਨਹੀਂ ਕੀਤਾ, ਉਹ ਨਹੀਂ ਹੋਇਆ। ਐਸੀਆਂ ਗੱਲਾਂ ਸੋਹਣੀਆਂ ਨਹੀਂ, ਕਿਉਂਕਿ ਅੱਜ ਜਿਹੜਾ ਯੁੱਗ ਹੈ ਇਹ ਕੁਛ ਹੋਰ ਯੁੱਗ ਹੈ। ਇਸ ਯੁੱਗ ਦੇ ਵਿੱਚ ਸਾਨੂੰ ਬੜਾ ਸੰਭਲ ਕੇ ਚੱਲਣਾ ਪੈਣਾ ਹੈ। ਸੋ ਐਸੀਆਂ ਜਿਹੜੀਆਂ ਗੱਲਾਂ ਵਿਚਾਰਾਂ ਕਰਨੀਆਂ ਨੇ ਉਹ ਸਾਨੂੰ ਸੋਹਣੀਆਂ ਨੇਗੀਆਂ। ਕਿਉਂ? ਇੱਕ ਬਚਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਜੀ ਦਾ ਬਚਨ ਸੀ,
ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਜਿੱਤੇ ਰੰਧਾਵੇ ਦੇ ਖੂਹ ਤੇ ਪੁੱਛਿਆ ਗਿਆ ਵੀ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਾਅਦ ਸਮਾਂ ਕਿਵੇਂ ਬਣੇਗਾ, ਤੇ ਸਤਿਗੁਰੂ ਕਹਿੰਦੇ 10 ਪ੍ਰਗਟ 74 ਜਾਮੇ ਸੰਤਾਂ ਦੇ ਰੂਪ ਚ ਆਵਾਂਗੇ। ਤੇ ਸ੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਨੂੰ ਵੀ ਪੁੱਛਿਆ ਗਿਆ ਕਿ ਬਾਬਾ ਜੀ ਇਹ ਅੱਗੇ ਸਮਾਂ ਕਿਵੇਂ ਚੱਲੇਗਾ, ਤੇ ਬਾਬਾ ਸ੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਕਹਿੰਦੇ ਸਭਨਾ ਉੱਪਰ ਕਿਰਪਾ ਤੇਰੀ, ਕਿਸੇ ਥੋੜੀ ਕਿਸੇ ਕਨੇਰੀ, ਪਰ ਇਸ ਜਗ੍ਹਾ ਨਾਲ ਸਾਡੀ ਇੰਨੀ ਪ੍ਰੀਤ ਪੈ ਚੁੱਕੀ ਹੈ ਇਹਨੂੰ ਛੱਡਾਂਗੇ ਨਹੀਂ। ਤੇ ਬਾਬਾ ਜੀ ਨਿਸ਼ਾਨੀ ਕੀ ਹੋਊਗੀ? ਬਾਬਾ ਜੀ ਕਹਿੰਦੇ ਨਿਸ਼ਾਨੀ ਇਹ ਹੋਊਗੀ, ਕਿਰਪਾ ਸਭ ਤੇ ਹੋਊਗੀ, ਪਰ ਨਿਸ਼ਾਨੀ ਇਹ ਹੋਊਗੀ ਇੱਕ ਸਰੀਰ ਨਾਨਕਸਰ ਵਿੱਚ ਸਾਬਤ ਸੂਰਤ ਰਹੇਗਾ। ਸਾਬਤ ਸੂਰਤ ਜਿਵੇਂ ਮਾਂ ਦੇ ਪੇਟ ਚੋਂ ਪੈਦਾ ਹੋਇਆ ਉਵੇਂ ਰਹੇਗਾ, ਉਸ ਸਰੀਰ ਵਿੱਚ ਸੰਤ ਬਾਬਾ ਨੰਦ ਸਿੰਘ ਮਹਾਰਾਜ ਦਾ ਵਾਸਾ ਹੋਵੇਗਾ। ਤੇ ਹੈ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਪਤਾ ਵੀ ਸਾਰਿਆਂ ਨੂੰ, ਭੁੱਲ ਕਿਸੇ ਨੂੰ ਨਹੀਂ, ਸਭ ਨੂੰ ਪਤਾ। ਸੋ ਇਹ ਰਹਿਮਤ ਸਭ ਤੇ ਹੈ, ਸਾਰਿਆਂ ਤੇ ਕਿਰਪਾ ਹੈ। ਜਿੱਥੇ ਵੀ ਕਿਸੇ ਨੂੰ ਕਿਸੇ ਨੇ ਖਿਲਾਰਿਆ ਉੱਥੇ ਉਹ ਜਿੱਥੇ ਵੀ ਖੜਾ ਹੈ ਸੇਵਾ ਕਰ ਰਿਹਾ, ਡਿਊਟੀ ਕਰ ਰਿਹਾ, ਕਿਉਂਕਿ ਇਹ ਘਰ ਗੁਰੂ ਨਾਨਕ ਦਾ ਹੈ। ਵੱਡੀਆਂ ਡਿਊਟੀਆਂ ਦਾ ਬੜੀ ਵੱਡੀ ਮਿਹਰ ਹੈ ਨਾ। ਗੁਰੂ ਨਾਨਕ ਦੇ ਘਰ ਵਿੱਚ ਤਾਂ ਜਿਹੜਾ 2 ਘੰਟੇ ਝਾੜੂ ਫੇਰਦਾ ਜਾਂ 2 ਘੰਟੇ ਜੋੜੇ ਸਾਫ਼ ਕਰਦਾ ਨਾ, ਉਹਦੀ ਵੀ ਗੁਰੂ ਨਾਨਕ ਦੇ ਚਰਨਾਂ 'ਚ ਹਾਜ਼ਰੀ ਲੱਗਦੀ ਹੈ, ਉਹਦੇ ਤੇ ਵੀ ਗੁਰੂ ਦੀ ਰਹਿਮਤ ਹੁੰਦੀ ਹੈ। ਸੋ ਸਾਰਾ ਨਾਨਕਸਰ ਦੇ ਵਿੱਚ ਜਿੰਨੇ ਵੀ ਰਹਿਣ ਵਾਲੇ ਮਹਾਂਪੁਰਖ ਆਪੋ ਆਪਣੀ ਜਗ੍ਹਾ ਤੇ ਸਾਰੇ ਅੱਛੇ, ਪਰ ਐਸੀਆਂ ਵਿਚਾਰਾਂ ਜਿਹੜੀਆਂ ਕਰਨੀਆਂ ਉਹ ਸਾਨੂੰ ਸੋਹਣੀਆਂ ਨਹੀਂ ਗੀਆਂ। ਜੇ ਕੋਈ ਵਿਚਾਰ ਹੈ ਮਨ ਦੇ ਵਿੱਚ ਤੇ ਉਸ ਨੂੰ ਬੈਠ ਕੇ ਵਿਚਾਰ ਕਰ ਲੈਣੀ ਕਿ ਆਹ ਗੱਲ ਇਸ ਤਰ੍ਹਾਂ ਹੈ, ਆਹ ਗੱਲ ਇਸ ਤਰ੍ਹਾਂ ਹੈ, ਇਹਦਾ ਮਤਲਬ ਕੀ ਹੈ, ਤੇ ਉਹ ਸੋਹਣੀ ਹੈ। ਤੇ ਸਟੇਜਾਂ ਤੇ ਆਪਣੇ ਬਲਬਲਾ ਕੱਢਣਾ, ਆਪਣਾ ਗੁੱਸਾ ਕੱਢਣਾ, ਇਹੋ ਜਿਹੀਆਂ ਵਿਚਾਰਾਂ ਦੇਣੀਆਂ ਇਹ ਸੋਹਣੀਆਂ ਨੇਗੀਆਂ। ਕਿਉਂ? ਇਹ ਇੱਕ ਸੰਸਥਾ ਹੈ, ਇਹਦਾ ਦੁਨੀਆ ਦੇ ਵਿੱਚ ਨਾਂ ਚੱਲ ਰਿਹਾ ਹੈ, ਤੇ ਸਾਨੂੰ ਸੁਣਨ ਵਾਲੇ ਕੀ ਕਹਿਣਗੇ ਕਿ ਇਹ ਆਪ ਵਿੱਚ ਹੀ ਲੱਗੇ ਹੋਏ ਨੇ। ਸੋ ਐਸੀਆਂ ਬਾਤਾਂ ਕਰਨੀਆਂ, ਵੱਡੀ ਸਟੇਜਾਂ ਤੇ ਕਰਨੀਆਂ, ਬਰਥੀਆਂ ਤੇ ਕਰਨੀਆਂ, ਪੂਰਨਮਾਸ਼ੀ ਤੇ ਕਰਨੀਆਂ ਨਹੀਂ, ਇਹ ਸੋਹਣੀਆਂ ਨਹੀਂ ਗੀਆਂ। ਕਿਉਂਕਿ ਰਹਿਮਤ ਸਭ ਤੇ ਹੈ, ਜੋ ਵੀ ਇੱਥੇ ਰਹਿੰਦਾ ਸਾਰਿਆਂ ਤੇ ਕਿਰਪਾ, ਸਾਰੇ ਬਾਬਾ ਨੰਦ ਸਿੰਘ ਮਹਾਰਾਜ ਦਿੰਦੇ। ਮੈਂ ਅੱਗੇ ਵੀ ਇੱਕ ਵਿਚਾਰ ਸੁਣਾਈ ਸੀ ਕਿ ਇੱਕ ਗੁਰਮੁਖ ਪਿਆਰਾ ਮੈਨੂੰ ਕਹਿੰਦਾ, ਜੀਰੇ ਦਾ ਸੀ, ਜੀਰੇ ਸ਼ਹਿਰ ਦਾ, ਮੈਨੂੰ ਕਹਿੰਦਾ ਬਾਬਾ ਜੀ ਉੱਥੇ ਤੁਹਾਡੇ ਕਿੰਨੀਆਂ ਪਾਰਟੀਆਂ? ਮੈਂ ਕਿਹਾ ਵੀ ਮੇਰੇ ਹਿਸਾਬ ਵਿੱਚ ਤਾਂ ਇੱਕੋ ਹੀ ਪਾਰਟੀ ਹੈ। ਕਹਿੰਦੇ ਜੀ 3 ਹੈ। ਮੈਂ ਕਿਹਾ ਮੇਰੇ ਹਿਸਾਬ 'ਚ 1 ਹੈ। ਕਹਿੰਦੇ ਵੀ ਕਿਵੇਂ? ਮੈਂ ਕਿਹਾ ਵੀ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਮਹਾਰਾਜ ਤੋਂ ਬਾਅਦ ਬਾਬਾ ਈਸਰ ਸਿੰਘ ਮਹਾਰਾਜ ਹੋਏ? ਕਹਿੰਦਾ ਹਾਂ ਹੋਏ। ਤੇ ਬਾਬਾ ਈਸਰ ਸਿੰਘ ਮਹਾਰਾਜ ਤੋਂ ਬਾਅਦ 3 ਮਹਾਂਪੁਰਖ ਹੋਏ? ਕਹਿੰਦੇ ਹੋਏ। ਤੇ ਫਿਰ ਉਹ ਤਿੰਨੇ ਕਿੱਥੇ ਕਿਹਦੇ ਹੈ, ਕਿੱਥੇ ਸੇਵਾ ਕਰਦੇ ਹੈ? ਨਾਨਕਸਰ। ਕਿਹਦੇ ਸੇਵਕ ਹੈ? ਬਾਬਾ ਨੰਦ ਸਿੰਘ ਮਹਾਰਾਜ। ਇੱਕ ਸਟੇਜ ਹੈ, ਇੱਕ ਦਰਬਾਰ ਹੈ, ਤੇ ਇੱਕ ਥਾਂ ਤੇ ਸੇਵਾ ਕਰਦੇ ਆ। ਜੇ ਤੁਰਦਿਆਂ ਫਿਰਦਿਆਂ ਕੋਈ ਮਾੜਾ ਮੋਟਾ ਮੋਢਾ ਛੋਟਾ ਵੱਜ ਗਿਆ ਤੇ ਫਿਰ ਕੀ ਬਾਤ ਹੈ? ਪਰ ਇਸ ਗੱਲਾਂ ਨੂੰ ਵਿਵਾਦ ਵਿੱਚ ਲਿਜਾਣਾ ਇਹ ਅੱਛੀ ਬਾਤ ਨਹੀਂ ਹੈ। ਵਿਚਾਰ ਹੈ, ਮਨ ਵਿੱਚ ਕੋ ਹੈ ਤੇ ਬੈਠ ਕੇ ਕਰ ਲੈਣੀ। ਇਹ ਨਾਨਕਸਰ ਹੈ, ਇੱਥੇ ਸ਼੍ਰੀਮਾਨ ਸੰਤ ਬਾਬਾ ਨੰਦ ਸਿੰਘ ਜੀ ਨਾ ਹੋਣ ਤੇ ਇੱਥੇ ਤਾਂ ਪਰਲੋ ਆ ਜਾਏਗੀ। ਉਹ ਤਾਂ ਆਪ ਵਿੱਚ ਵਸ ਕੇ ਜਿਹਦੇ ਕੋਲੋਂ ਉਹਨਾਂ ਨੇ ਡਿਊਟੀ ਲੈਣੀ ਹੈ, ਜਿਸ ਤਰ੍ਹਾਂ ਲੈਣੀ ਹੈ, ਜਿੱਥੇ ਲੈਣੀ ਹੈ, ਇਹ ਉਹਨਾਂ ਦੀ ਰਹਿਮਤ ਹੈ, ਇਹ ਉਹਨਾਂ ਦੀ ਕਿਰਪਾ ਹੈ, ਤੇ ਉਹਨਾਂ ਦੀ ਕਿਰਪਾ ਵਸਦੀ ਹੈ ਤੇ ਵਸਦੀ ਰਹੇਗੀ। ਸੋ ਆਓ ਛੋਟੀ ਜਿਹੀ ਧਾਰਨਾ ਪੜ੍ਹ ਕੇ ਕਿ ਬਾਬਾ ਜੀ ਨੇ ਕਿਵੇਂ ਸੇਵਾ ਕੀਤੀ, ਇੱਕ ਵਾਰ ਧਾਰਨਾ ਪੜ੍ਹ ਕੇ ਫਿਰ ਬਾਬਾ ਹਰਜਸ ਲਾਉਂਗਾ। ਕਰ ਸੇਵਾ
ਪਰ ਉਪਕਾਰੀ, ਕਰ ਸੇਵਾ ਸੰਤਾਂ ਦੀ, ਟੋਵੇ ਗਾਗਰ ਪਰ ਉਪਕਾਰੀ। ਕਰ ਸੇਵਾ ਸੰਤਾਂ ਦੀ, ਟੋਵੇ ਗਾਗਰ ਪਰ ਉਪਕਾਰੀ। ਕਰ ਸੇਵਾ ਸੰਤਾਂ ਦੀ, ਟੋਵੇ ਗਾਗਰ ਪਰ ਉਪਕਾਰੀ। ਗਾਗਰ ਪਰ ਉਪਕਾਰੀ, ਗਾਗਰ ਪਰ ਉਪਕਾਰੀ, ਗਾਗਰ ਪਰ ਉਪਕਾਰੀ, ਗਾਗਰ ਪਰ ਉਪਕਾਰੀ। ਕਰ ਸੇਵਾ ਸੰਤਾਂ ਦੀ, ਟੋਵੇ ਗਾਗਰ ਪਰ ਉਪਕਾਰੀ। ਕਰ ਸੇਵਾ ਸੰਤਾਂ ਦੀ, ਟੋਵੇ ਗਾਗਰ ਪਰ ਉਪਕਾਰੀ। ਕਰ ਸੇਵਾ ਸੰਤਾਂ ਦੀ, ਟੋਵੇ ਪਰ ਸੋ ਮਹਾਂਪੁਰਖਾਂ ਦੀ ਸੇਵਾ ਜਿਹੜੀ ਹੈ ਉਹ ਤਾਰ ਦਿੰਦੀ ਹੈ, ਤੇ ਸੇਵਾ ਜਿਸ ਤਰ੍ਹਾਂ ਦੀ ਕੋਈ ਭਾਵਨਾ ਨਾਲ ਕਰਦਾ ਹੈ, ਜਿਸ ਤਰ੍ਹਾਂ ਦੀ ਕੋਈ ਮਨ ਨਾਲ ਕਰਦਾ ਹੈ, ਉਸ ਤਰ੍ਹਾਂ ਦਾ ਹੀ ਉਸ ਨੂੰ ਫਲ ਮਿਲਦਾ ਹੈ। ਸੋ ਆਓ, ਹਰ ਜਸ ਦੀ ਪੌੜੀ ਦਾ ਟਾਈਮ ਹੋਇਆ ਹੈ, ਆਓ ਆਪਾਂ ਹਰ ਜਸ